ਅੱਜ ਤੇ ਆਖਰੀ ਸ਼ਨੀਵਾਰ ਆ, ਸਾਰਾ ਬਾਜ਼ਾਰ ਬੰਦ ਵਾ ਤੇ ਅੱਜ ਕਿੱਧਰ ਚੱਲੇ ਆ? ਤੂੰ ਆਪਣੇ ਕੰਮ ਨਾਲ ਕੰਮ ਰੱਖ। ਮੈਂ ਜਿੱਥੇ ਮਰਜ਼ੀ ਆਵਾਂ ਜਾਵਾਂ, ਤੈਨੂੰ ਇਸ ਗੱਲ ਦਾ ਕੀ ਮਤਲਬ? ਆ ਜਾਨੀ ਆ ਸਿੰਘ ਫਸਾਉਣ। ਆਹੋ, ਮੈਨੂੰ ਕਾਹਤੋਂ ਦੱਸਣਾ? ਚੱਲਿਆ ਹੋਣਾ ਨਾ ਉਸੇ ਚੜੇਲ ਨੂੰ ਮਿਲਣ। ਹੁਣ ਮੈਂ ਜੋ ਚੰਗੀ ਨਹੀਂ ਲੱਗਦੀ? ਆਹੋ, ਨਹੀਂ ਲੱਗਦੀ ਚੰਗੀ। ਕਿੰਨੀ ਵਾਰ ਦੱਸਾਂ ਮੈਂ ਤੈਨੂੰ, ਨਹੀਂ ਲੱਗਦੀ ਚੰਗੀ। ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਜਦੋਂ ਕਿਤੇ ਜਾਣਾ ਹੁੰਦਾ ਆ ਜਾਂਦੀ ਆ ਮਨਹੂਸ ਸ਼ਕਲ ਲੈ ਕੇ। ਆਹੋ, ਹੁਣ ਮੈਂ ਤੈਨੂੰ ਚੰਗੀ ਕਾਹਤੋਂ ਲੱਗਣਾ ਆ? ਹੁਣ ਤੇਰੀ ਜ਼ਿੰਦਗੀ 'ਚ ਕੋਈ ਨਵੀਂ ਚੜੇਲ ਜੂ ਆ ਗਈ ਆ। ਚੰਗੀ ਤੇ ਮੈਂ ਤੈਨੂੰ ਉਦੋਂ ਲੱਗਦੀ ਸੀ ਜਦੋਂ ਕਿਤੇ ਅੜ ਵੇਂਦੀ ਵੀ ਨਹੀਂ। ਆ ਗਰਮੀਆਂ ਦੇ ਰੜ ਲੰਮੇ ਦਿਨ ਤਾਂ ਮੁੱਕਣ 'ਚ ਨਹੀਂ ਆਉਂਦੇ। ਵਾਵਾ ਦੋਵੇਂ ਜਾਣੇ ਤਮਾਸ਼ਾ ਲਾਈ ਰੱਖਦੇ ਆ। ਟਾਈਮ ਪਾਸ ਤੇ ਹੋਈ ਜਾਂਦਾ ਨਾ ਵਧੀਆ। ਥੋੜਾ ਜਿਹਾ ਜ਼ੁਬਾਨ ਸੰਭਾਲ ਕੇ ਗੱਲ ਕਰ। ਜੇ ਮੈਂ ਕੁਝ ਕਹਿਣਾ ਨਹੀਂ ਤਾਂ ਵੱਧ ਹੀ ਜਾਣਦੀ ਆ। ਮਾਰ ਕੇ ਚਪੇੜ ਤੇ ਦੰਦਲ ਪਾ ਦੂੰਗਾ। ਆ ਗਿਆ ਨਾ ਆਪਣੀ ਅਸਲੀ ਔਕਾਤ ਤੇ। ਗਿਰਗਟ ਵਾਂਗੂ ਰੰਗ ਬਦਲੇ ਤੂੰ। ਤੇ ਜੇ ਰੰਗ ਤੂੰ ਬਦਲ ਸਕਦਾ ਨਾ ਤੇ ਮੇਥੋਂ ਵੀ ਬਹੁਤੀ ਉਮੀਦ ਨਾ ਰੱਖੀ। ਬਿਲਕੁਲ ਸਹੀ ਕਿਹਾ ਤੂੰ। ਮੈਨੂੰ ਤੇਰੇ ਕੋਲੋਂ ਬਹੁਤੀ ਉਮੀਦ ਰੱਖਣੀ ਵੀ ਨਹੀਂ ਚਾਹੀਦੀ। ਉਹ ਜਿਹੜੀ ਆਪਣੇ ਨਿਆਣਿਆਂ ਦੀ ਨਹੀਂ ਬਣੀ, ਆਪਣੇ ਘਰ ਵਾਲੇ ਦੀ ਨਹੀਂ ਬਣੀ, ਉਹਨੇ ਮੇਰੀ ਕਿੱਥੋਂ ਬਣਨਾ ਆ? ਜੋ ਦਿਲ ਕਰਦਾ ਨਾ ਤੇਰਾ ਕਰ, ਠੀਕ ਆ? ਮੈਂ ਨਹੀਂ ਤੈਨੂੰ ਡੱਕਦਾ ਕਿਸੇ ਗੱਲੋਂ। ਜੇ ਤੂੰ ਉਹਨਾਂ ਨੂੰ ਛੱਡ ਕੇ ਆ ਸਕਦੀ ਆ ਤਾਂ ਮੈਨੂੰ ਛੱਡਣਾ ਤੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਗਲਤੀ ਕਰੀਏ ਦੋਵੇਂ ਜਾਣੇ ਤੇ ਕਸੂਰਵਾਰ ਕੱਲੀ ਮੈਂ। ਤੇਰੀ ਇੰਨੀ ਹਿੰਮਤ, ਤੂੰ ਮੇਰੇ ਗਲਵੇਂ ਨੂੰ ਹੱਥ ਪਾਇਆ? ਨਿਕਲ ਜਾ ਮੇਰੇ ਘਰੋਂ। ਦਿਖਣੀ ਨਹੀਂ ਚਾਹੀਦੀ ਮੇਰੇ ਹੁੰਦਿਆਂ ਨੂੰ। ਦਫਾ ਹੋ ਜਾ ਮੇਰੇ ਘਰੋਂ। ਹਾਏ ਹਾਏ, ਇੰਨੀ ਆਵਾਜ਼ ਵੇਖਾਂਗੇ ਤਾਂ ਲਾੜੀ ਨਾ ਪਏ ਹੁਣ। ਚੁੱਪ ਕਰ, ਚੁੱਪ ਚੁੱਪ। ਸੁਣ ਰਹੀ ਹੀ ਮੈਂ ਸਾਰਾ ਕੁਝ। ਕੋਈ ਗੱਲ ਨਹੀਂ, ਬੰਦੇ ਗੁੱਸੇ ਚ ਆਣ ਕੇ ਕਈ ਕੋ ਬੋਲ ਜਾਂਦੇ ਆ। ਚੁੱਪ ਕਰ ਜਾ। ਚੱਲ ਚੁੱਪ ਵੀ ਕਰ ਜਾ ਹੁਣ। ਇੱਕ ਗੱਲ ਮੈਂ ਵੇਖੀ ਹੈ ਦੁਨੀਆ ਦੀ, ਕਸੂਰ ਦੋਵੇਂ ਮੁੰਡਾ ਕੁੜੀ ਬਰਾਬਰ ਕਰਦੇ ਆ। ਗਲਤੀ ਦੋਨਾਂ ਦੀ ਬਰਾਬਰ ਵਾ, ਪਰ ਮੁੰਡੇ ਨੂੰ ਸਾਈਡ ਕਰ ਦਿੰਦੇ ਆ ਤੇ ਸਾਰੀ ਉਮਰ ਦਾ ਕਲੰਕ ਕੁੜੀ ਦੇ ਮੱਥੇ ਤੇ ਜੜ ਦਿੰਦੇ ਆ। ਕੁੜੀ ਸਾਰੀ ਉਮਰ ਕਲੰਕ ਨੂੰ ਲੈ ਕੇ ਚੱਲੇ ਤੇ ਮੁੰਡਾ ਦੁੱਧ ਨਾਤਾ ਫਿਰ ਸਾਫ ਸੁਥਰਾ ਆਪਣੇ ਘਰ। ਦੀਦੀ, ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਇਹਦੇ ਨਾਲ ਆ ਕੇ। ਆਪਣੇ ਘਰੋਂ ਬਾਹਰੋਂ ਮੈਂ ਪੈਰ ਪੁੱਟ ਲਿਆ ਦੇ ਪਿੱਛੇ ਲੱਗ ਕੇ। ਮੈਂ ਤੇ ਆਪਣੀ ਜ਼ਿੰਦਗੀ ਆਪ ਬਰਬਾਦ ਕਰ ਲਈ। ਅੱਗੇ ਵੀ ਇਹਨੇ ਇੱਕ ਦਿਨ ਮੇਰੇ ਨਾਲ ਇਦਾਂ ਹੀ ਕੀਤੀ। ਮੈਨੂੰ ਇੰਨਾ ਬੁਰਾ ਭਲਾ ਕੀਤਾ ਤੇ ਮੈਂ ਚੱਲੀ ਵੀ ਸੀ, ਪਰ ਮੈਂ ਫੇਰ ਆਪਣੇ ਆਪ ਨੂੰ ਰੋਕ ਲਿਆ। ਆਪਣੇ ਮਨ ਨੂੰ ਸਮਝਾ ਲਿਆ ਕਿ ਚੱਲ ਕੋਈ ਗੱਲ ਨਹੀਂ, ਗੁੱਸੇ 'ਚ ਬੋਲਦਾ। ਪਰ ਅੱਜ ਤੇ ਇਹਨੇ ਹੱਦਾਂ ਬੰਨੇ ਹੀ ਟੱਪ ਤੇ। ਇੱਥੋਂ ਤੱਕ ਕਿ ਮੇਰੇ ਤੇ ਹੱਥ ਚੁੱਕਣ ਡੈ ਪਿਆ ਹੁਣ। ਦੀਦੀ, ਮੈਂ ਇਹਦੇ ਚਿੱਤਰਾ ਜੋਗੀ ਰਹਿ ਗਈ ਆ। ਮੈਂ ਨਹੀਂ ਹੁਣ ਇੱਥੇ ਰਹਿਣਾ। ਹੁਣ ਤੇ ਮੈਂ ਇੱਥੋਂ ਚਲੀ ਜਾਣਾ ਆ। ਚੱਲ ਉਹ ਤੇ ਠੀਕ ਆ, ਪਰ ਜਾਏਗੀ ਕਿੱਥੇ? ਮੈਨੂੰ ਪਤਾ ਹੈ ਦੀਦੀ, ਮੈਂ ਗਲਤੀ ਬੜੀ ਵੱਡੀ ਕੀਤੀ ਆ। ਮੈਂ ਇਹਦੀ ਮਾਫੀ ਦੀ ਲਾਇਕ ਨਹੀਂ ਹੈਗੀ, ਪਰ ਪਤਾ ਤੁਹਾਨੂੰ ਕਵਲ ਬੜਾ ਰਹਿਮ ਦੇ ਲਾ। ਮੈਂ ਇੱਕ ਵਾਰ ਉਹਦੇ ਕੋਲ ਮਾਫੀ ਮੰਗੀ ਨਾ ਤੇ ਹੋ ਸਕਦਾ ਮੈਨੂੰ ਰੱਖ ਹੀ ਲਏ। ਰਹਿਮ ਦਿਲ ਹੀ ਤਾਂ ਹੀ ਤਾਂ ਖਰੇ ਕੀ ਸੋਚ ਸਮਝ ਕੇ ਤੇਰੇ ਕੋ ਆਇਆ ਹੋਊਗਾ ਵੀ ਖਰੇ ਆ ਹੀ ਜਾਵੇ, ਪਰ ਉਦੋਂ ਤੇ ਤੂੰ ਉਹਦੀ ਮੰਨੀ ਨਾ। ਉਹ ਤੇ ਮੇਰੀ ਕਿਸਮਤ ਮਾੜੀ ਸੀ ਕਿ ਮੇਰੀ ਮੱਤ ਤੇ ਐਸਾ ਪਰਦਾ ਪੈ ਗਿਆ। ਜਿੰਨੇ ਵੱਡੇ ਨੇ ਮੈਨੂੰ ਸੁਪਨੇ ਵਿਖਾਲੇ ਸੀ ਨਾ, ਇਹਦੇ ਸੁਪਨਿਆਂ ਦੇ ਅੱਗੇ ਮੈਨੂੰ ਹੋਰ ਕੁਝ ਦਿਖਦਾ ਹੀ ਨਹੀਂ। ਦੀਦੀ, ਮੈਂ ਇਹਦੇ ਦਿਖਾਏ ਸੁਪਨਿਆਂ ਵਾਲੀ ਦੁਨੀਆ 'ਚ ਜੀਣ ਰਹੀ, ਪਰ ਹੁਣ ਮੇਰੀ ਜਾਗ ਖੁੱਲ ਗਈ ਆ। ਇੱਕ ਕੋਸ਼ਿਸ਼ ਕਰਕੇ ਵੇਖ ਲੈਣੀ ਆ, ਹੋ ਸਕਦਾ ਮੇਰਾ ਪਰਿਵਾਰ ਮੈਨੂੰ ਮਿਲ ਹੀ ਜਾਏ ਦੁਬਾਰਾ। ਨੀ ਸੁਪਨਿਆਂ ਵਾਲੀ ਦੁਨੀਆ ਸੁਪਨਿਆਂ 'ਚ ਚੰਗੀ ਲੱਗਦੀ ਆ। ਜਦੋਂ ਹੀ ਉਹਨੂੰ ਹਕੀਕਤ ਦੀ ਜ਼ਿੰਦਗੀ 'ਚ ਨਾਲ ਲੈ ਕੇ ਤੁਰਦੇ ਆ ਨਾ, ਤੇ ਫਿਰ ਇਦਾਂ ਹੀ ਹੁੰਦੀ ਆ ਜਿੱਦਾਂ ਤੇਰੇ ਨਾਲ ਹੋਈ ਆ।
ਸੰਦੀਪ, ਤੇਰੇ ਨਾਲ ਅਜੇ ਤੱਕ ਮੈਂ ਕਦੀ ਤਾਂ ਨਹੀਂ ਇਹੋ ਜਿਹੀ ਕੋਈ ਗੱਲ ਕੀਤੀ ਕਿ ਤੈਨੂੰ ਲੱਗਣਾ ਸੀ ਕਿ ਮੈਂ ਤੈਨੂੰ ਇਹਦੇ ਖਿਲਾਫ ਚੁੱਕਣਾ ਦਿੰਨੀ ਆ। ਤੇਰੀਆਂ ਅੱਖਾਂ ਤੇ ਇਹਦੇ ਪਿਆਰ ਦੀ ਪੱਟੀ ਵੱਜੀ ਸੀ ਤੇ ਇੰਨੀ ਜ਼ਿਆਦਾ ਵੱਜੀ ਕਿ ਤੈਨੂੰ ਆਪਣੇ ਬੱਚੇ ਵੀ ਨਾ ਦਿਖੇ। ਤੇ ਤੈਨੂੰ ਪਤਾ ਸੰਦੀਪ, ਮੇਰੇ ਮਨ ਵਿੱਚ ਕਿੰਨੇ ਚਾਅ ਸੀ ਕਿ ਮੇਰੀ ਸੱਸ ਹੈ ਨਹੀਂ ਤੇ ਮੈਂ ਸੱਸਾਂ ਵਾਲੇ ਸਾਰੇ ਸ਼ਗਨ ਵਿਹਾਰ ਕਰਨੇ ਆ, ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਇਹਦੀਆਂ। ਪਰ ਇਹਦੇ ਲੱਛਣਾਂ ਕਰਕੇ ਮੈਂ ਇਹਦਾ ਰਿਸ਼ਤਾ ਨਹੀਂ ਕਰਵਾਇਆ। ਮੇਰਾ ਤੇ ਸਗਾ ਮਾਮਾ ਇਹਦੇ ਰਿਸ਼ਤੇ ਬਾਰੇ ਗੱਲ ਕਰਦਾ ਸੀ, ਪਰ ਮੈਂ ਆਪ ਵਿੱਚ ਲੱਤ ਨਹੀਂ ਲਾਈ। ਤੇ ਜਿੰਨਾ ਚਿਰ ਮੈਂ ਨਾ ਲੱਤ ਲਾਉਂਗੀ ਮੇਰੇ ਰਿਸ਼ਤੇਦਾਰ ਕਰਦੇ ਆ। ਮੈਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਬਚਾਉਂਦੀ ਰਹੀ ਤੇ ਤੂੰ ਇਹਦੇ ਵਿੱਚ ਫਸ ਗਈ। ਮੈਂ ਹੁਣ ਸਾਰੀ ਉਮਰ ਬਦਸੀਸਾਂ ਥੋੜੀਆਂ ਲੈਣੀਆਂ। ਵਿਹਲਾ ਹੈਗਾ ਵਾ, ਤੈਨੂੰ ਕੀ ਲੱਗਦਾ ਵਾ ਵੀ ਆ ਗੱਡੀ ਤੇ ਕਮਾਈ ਕਰਨ ਜਾਂਦਾ? ਕੀ ਕਮਾਉਣ ਡਿਆ ਗੱਡੀ ਤੋਂ? ਆ 5-6 ਮਹੀਨਿਆਂ 'ਚ ਤੈਨੂੰ ਕਿੰਨੀ ਕੁ ਕਮਾਈ ਕਰਕੇ ਲਿਆਤੀ ਆ? ਉਹ ਤਾਂ ਸਿਰਫ ਇੱਕ ਬਹਾਨਾ ਵਾ ਬਾਹਰ ਫਿਰਨ ਨੂੰ। ਗੱਡੀ 'ਚ ਤਰ੍ਹਾਂ ਦੀਆਂ ਸਵਾਰੀਆਂ ਬਹਿੰਦੀਆਂ ਵਾ, ਸਾਰਾ ਦਿਨ ਘੁੰਮ ਫਿਰ ਕੇ ਆ ਜਾਂਦਾ ਵਾ। ਤੈਨੂੰ ਕੀ ਲੱਗਦਾ ਵਾ ਤੈਨੂੰ ਉਹ ਪਿਆਰ ਦੇ ਨਾਲ ਲਿਆਇਆ ਇੱਥੇ? ਪਿਆਰ ਪਿਊਰ ਕੋਈ ਨਹੀਂ ਆ, ਉਹ ਸਿਰਫ ਇੱਕ ਜਿੱਦ ਦੇ ਵਿੱਚ ਆਣ ਕੇ ਲਿਆਇਆ ਵਾ। ਉਹ ਮੇਰੇ ਨਾਲ ਜਿੱਦ ਹੀ ਮੈਨੂੰ ਕਹਿੰਦਾ ਸੀ ਕਿ ਤੁਹਾਨੂੰ ਕੀ ਪਤਾ ਮੇਰਾ ਵਿਆਹ ਨਹੀਂ ਹੋਣਾ, ਮੈਂ ਵਿਆਹ ਕਰਾ ਕੇ ਦੱਸੂਗਾ। ਹੋਰ ਤੂੰ ਇਹ ਨਾ ਸੋਚੀ ਕਿ ਤੇਰੇ ਨਾਲ ਉਹਨੂੰ ਬਹੁਤ ਪਿਆਰ ਵਾ ਤੇ ਉਹ ਤੈਨੂੰ ਤਾਂ ਇੱਥੇ ਲੈ ਕੇ ਆਇਆ ਵਾ। ਦੀਦੀ, ਮੇਰਾ ਪਰਿਵਾਰ ਵੀ ਬੜਾ ਹੀ ਚੰਗਾ ਸੀ, ਬੜਾ ਪਿਆਰ ਕਰਦੇ ਸੀ ਮੈਨੂੰ ਸਾਰੇ ਜਾਣੇ। ਸਾਡੇ ਬੜੇ ਦਿਨ ਵਧੀਆ ਹੁੰਦੇ ਸੀ, ਬੜੇ ਖੁਸ਼ ਰਹਿੰਦੇ ਹੁੰਦੇ ਸੀ ਆਪਾਂ ਸਾਰੇ ਰਲ ਮਿਲ ਕੇ। ਪਰ ਐਸੀ ਰੱਬ ਦੀ ਕਰੋਪੀ ਹੋਈ ਕਿ ਸਾਡੇ ਹਾਲਾਤ ਇੱਕਦਮ ਬਦਲ ਗਏ। ਸਾਡੇ ਤੇ ਮਾੜੇ ਦਿਨ ਕੀ ਆਏ, ਸਾਡੀ ਤੇ ਜ਼ਿੰਦਗੀ ਬਦਲ ਗਈ। ਪਰ ਮੰਮੀ ਨੇ ਤੇ ਕਵਲ ਨੇ ਤੇ ਉਹਨਾਂ ਹਾਲਾਤਾਂ ਦੇ ਨਾਲ ਸਮਝੌਤਾ ਕਰ ਲਿਆ ਸੀ, ਪਰ ਮੇਰਾ ਹਾਲ ਉਹੀ ਹੀ ਰਹੇ। ਮੈਂ ਆਪਣਾ ਖਾਣ ਪੀਣ, ਆਪਣਾ ਰਹਿਣ ਸਹਿਣ ਨਹੀਂ ਬਦਲ ਸਕੀ। ਮੇਰੇ ਸ਼ੌਂਕ ਹੋਰ ਵੱਧਦੇ ਗਏ, ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕੀ। ਮੇਰੇ ਸ਼ੌਂਕ ਉਹੀ ਹੀ ਰਹੇ, ਜਿਹਦਾ ਫਾਇਦਾ ਇੰਨੇ ਚੁੱਕ ਲਿਆ ਤੇ ਮੈਂ ਇੱਥੋਂ ਤੱਕ ਆ ਪਹੁੰਚੀ। ਪਰ ਦੀਦੀ ਮੈਂ ਵੀ ਕੀ ਕਰਦੀ? ਮੇਰਾ ਘਰ ਵਾਲਾ ਗਰੀਬੀ ਨਾਲ ਤੇ ਲੜਦਾ ਸੀ, ਪਰ ਮੇਰੇ ਨਾਲ ਨਹੀਂ ਸੀ ਲੜਦਾ। ਉਹਦੀ ਚੁੱਪ ਨੇ ਮੈਨੂੰ ਉਹਦੇ ਤੋਂ ਦੂਰ ਕਰ ਦਿੱਤਾ। ਦੀਦੀ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਜਦੋਂ ਕਿਸੇ ਜਨਾਨੀ ਨੂੰ ਆਪਣੇ ਘਰ ਵਾਲੇ ਤੋਂ ਇਲਾਵਾ ਕਿਸੇ ਤੀਸਰੇ ਬੰਦੇ ਦੀ ਸਿਫਤ ਕਰਨੀ ਚੰਗੀ ਲੱਗ ਜੇ ਨਾ, ਤੇ ਸਮਝੋ ਘਰ ਪੁੱਟਿਆ ਗਿਆ। ਨੀ ਠੋਕਰਾਂ ਖਾ ਕੇ ਤੇ ਪੱਥਰ ਗੋਲ ਬਣਦਾ ਵਾ। ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ? ਪਹਿਲਾਂ ਸੋਚਣਾ ਸੀ। ਤੈਨੂੰ ਤਾਂ ਉਹਦੀ ਕੀਤੀ ਸਿਫਤ ਚੰਗੀ ਲੱਗੀ ਨਾ, ਤੇ ਉਹ ਸਿਫਤ ਤੈਨੂੰ ਲੈ ਕੇ ਬਹਿ ਗਈ। ਬਸ ਦੀਦੀ, ਜੋ ਹੋਣਾ ਹੀ ਹੋ ਗਿਆ। ਹੁਣ ਇੱਕ ਵਾਰੀ ਪਛਤਾਵਾ ਕਰਕੇ ਵੇਖ ਲੈਣੀ ਆ ਅੱਗੇ ਮੇਰੀ ਕਿਸਮਤ। ਦੇ ਕਵਲ ਦੇ ਪੁੱਤ ਬਾਹਰ ਵੇਖ, ਬੁਆ ਖੜਕੀ ਆਈ ਹੋ। ਨਹੀਂ ਮੰਮੀ, ਉਹ ਹਵਾ ਨਾਲ ਖੜਕਿਆ ਹੋਣਾ। ਵੀ ਆਓ ਵੇਖ, ਬੂਹੇ ਅੱਗੇ ਹੈਗਾ ਹੀ ਕੋਈ। ਹੈਗਾ ਤਾਂ ਸਹੀ ਆ ਕੋਈ। ਵੀ ਆ ਇਹਨੂੰ ਵੀ ਲੈ ਜਾ, ਮੈਂ ਤੇਰੇ ਵਾਸਤੇ ਚਾਹ ਬਣਾਉਂਗਾ। ਹਾਂ ਦੱਸ, ਕੀ ਚਾਹੀਦਾ? ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ। ਪਲੀਜ਼
ਇੱਕ ਵਾਰੀ ਮੌਕਾ ਦੇ ਦਿਓ, ਮੈਂ ਆਪਣੀ ਗਲਤੀ ਸੁਧਾਰਦੀ ਹਾਂ। ਮੇਰੇ ਤੋਂ ਗਲਤੀ ਹੋ ਗਈ। ਮੈਂ ਨਾ ਬੜੇ ਤਰਲੇ ਮਾਰੇ ਸੀ ਤੇਰੇ, ਜਾ ਨਿਆਣਿਆਂ ਦੇ ਵਾਸਤੇ ਪਾਏ ਸੀ, ਪਰ ਤੈਨੂੰ ਨਾ ਸ਼ਰਮ ਦਾ ਘਾਟਾ ਨਹੀਂ ਹੈਗਾ। ਤੂੰ ਕਲੰਕ ਖੱਟ ਲਿਆ, ਜਿੱਥੋਂ ਆਈਆਂ ਨਾ ਉੱਥੇ ਹੀ ਵਾਪਸ ਚੱਲ ਜਾ, ਨਿਕਲ ਜਾ ਇੱਥੋਂ, ਦਿਖਣੀ ਨਹੀਂ ਚਾਹੀਦੀ। ਕੋਈ ਨਹੀਂ ਮੰਮੀ ਇੱਥੇ ਮਰ ਗਈ, ਮੰਮੀ ਚੱਲ ਜਾ ਇੱਥੋਂ, ਨਿਕਲ ਜਾ ਇੱਥੋਂ। ਨਿਆਣਿਆਂ ਨੂੰ ਮਿਲ ਮੈਂ ਇੱਥੋਂ ਗਿਆ, ਨਿਕਲ ਜਾ ਇੱਥੋਂ। ਤੈਨੂੰ ਨਿਆਣਿਆਂ ਦਾ ਬਹੁਤਾ ਫਿਕਰ ਹੁੰਦਾ ਨਾ ਤੇ ਉਦੋਂ ਹੀ ਵਾਪਸ ਆ ਜਾਂਦੀ। ਮੈਨੂੰ ਮੇਰਾ ਕੋਈ ਵਾਪਸ ਕਮਲ ਏਦਾਂ ਨਾ ਕਰ, ਪੁੱਤ ਨਹੀਂ ਏਦਾਂ ਕਰ। ਰੁਕ ਜਾ, ਮੇਰੇ ਨਿਆਣਿਆਂ ਨੂੰ ਮਿਲ ਜਾ ਮੈਨੂੰ। ਚੱਲ ਤੂੰ ਚੋਗ, ਮੈਂ ਵੇਖਣੀ ਕੌਣ ਆ। ਹਾਂਜੀ ਕੌਣ? ਮੰਮੀ, ਮੈਂ ਸੰਦੀਪ। ਕੌਣ ਸੰਦੀਪ? ਮੈਂ ਨਹੀਂ ਕਿਹਾ ਸੰਦੀਪ ਨੂੰ ਜਾਣਦੀ। ਮੰਮੀ ਐਦਾਂ ਨਾ ਕਰੋ, ਮੈਂ ਤੁਹਾਡੀ ਧੀ ਆ ਸੰਦੀਪ। ਨਹੀਂ ਕਿੱਦਾਂ ਦੀਆਂ ਗੱਲਾਂ ਕਰਨ ਡਈਆਂ? ਮੇਰੀ ਧੀ ਨੂੰ ਮਰੀ ਨੂੰ ਤਾਂ 6 ਮਹੀਨੇ ਹੋ ਗਏ ਆ। ਮੰਮੀ ਐਦਾਂ ਦੀਆਂ ਗੱਲਾਂ ਤੇ ਨਾ ਕਰੋ, ਮੈਂ ਜੀਦੀ ਜਾਗਦੀ ਤੁਹਾਡੇ ਸਾਹਮਣੇ ਖੜੀ ਆ। ਦੇਖਾਂ ਸਹੀ ਮੰਮੀ ਕਿਹਦੇ ਨਾਲ ਗੱਲ ਕਰੀ ਜਾਂਦੇ ਆ। ਉਠੋ ਉਠੋ ਬਾਹਰ। ਕੀ ਹੋਇਆ? ਕੌਣ ਆਇਆ? ਬਾਹਰ ਸੰਦੀਪ ਆਈ ਆ, ਉਠੋ। ਹੈ ਇਹ ਕਿੱਧਰ ਆ ਗਈ? ਹਾਂ ਹੁਣ ਕਿੱਧਰ ਆ ਗਈ ਮੂੰਹ ਚੁੱਕ ਕੇ? ਵੀਰ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ ਵੀਰ, ਮੈਨੂੰ ਮਾਫ ਕਰ ਦਿਓ। ਇਹਦੇ ਤੋਂ ਪਹਿਲਾਂ ਮੇਰਾ ਦਿਮਾਗ ਖਰਾਬ ਹੋ ਜਾਏ, ਜਿੱਥੋਂ ਆਈ ਹੈ ਨਾ ਉੱਥੇ ਚੱਲ ਜਾ। ਸਾਰੇ ਇਲਾਕੇ 'ਚ ਕਰਾ ਕੇ ਸਾਡੀ ਥੂ ਥੂ ਹੋਣਾ ਨਹੀਂ, ਇਹ ਮਾਫ ਕਰ ਦੋ। ਮੰਮੀ ਵੀਰ ਨੂੰ ਸਮਝਾਓ, ਹਾਂ ਮੈਨੂੰ ਮਾਫ ਕਰ ਦੇਣਾ, ਮੇਰੇ ਤੋਂ ਗਲਤੀ ਹੋ ਗਈ ਮੰਮੀ। ਨਹੀਂ ਚੱਲ ਜਾ, ਜੋ ਮਰ ਜੂਗਾ ਤੇ ਜਾਂ ਤੈਨੂੰ ਮਾਰ ਦੂਗਾ। ਨਿਕਲ ਜਾ ਇੱਥੋਂ। ਮੰਮੀ ਇਹਨੇ ਇਦਾਂ ਨਹੀਂ ਜਾਣਾ, ਇਹਨੂੰ ਧੱਕੇ ਮਾਰ ਕੇ ਕੱਢਣਾ ਪੈਣਾ। ਕੱਢ ਇਹਨੂੰ ਬਾਹਰ, ਕੱਢ। ਅਗਲਾ ਮੈਨੂੰ ਮਾਫ। ਬੈਠਾ ਪੁੱਤ, ਬੈਠਾ ਮੰਮੀ। ਕਵਲ, ਜੇ ਸੰਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਪੁੱਤ ਤੂੰ ਉਹਨੂੰ ਆਉਣ ਦੇਣਾ ਸੀ। ਅਹਿਸਾਸ? ਮੰਮੀ ਉਹਨੂੰ ਕੋਈ ਅਹਿਸਾਸ ਨਹੀਂ ਹੋਇਆ। ਉੱਥੇ ਹੁਣ ਕਦਰ ਘਟ ਗਈ ਆ। ਜਿਹੜੀਆਂ ਭੱਜ ਕੇ ਜਾਂਦੀਆਂ ਨੇ ਨਾ ਘਰੋਂ, ਢੋਈ ਨਹੀਂ ਮਿਲਦੀ ਕਿਤੇ ਵੀ। ਅੱਗੇ ਕੁਆਰਾ ਸੀ ਅਗਲਾ, ਹੁਣ ਉਹਨੂੰ ਵੀ ਕੋਈ ਨਾ ਕੋਈ ਹੋਰ ਲੱਭ ਗਈ ਹੋਣੀ ਆ। ਮਨ ਚੁੱਕਿਆ ਗਿਆ ਉਹਦਾ। ਗੁਰੂ ਦੀ ਹਜ਼ੂਰੀ ਵਿੱਚ ਕਿਉਂ ਲਾਵਾਂ ਲੈਂਦੇ ਨੇ? ਇਸੇ ਕਰਕੇ ਕਿ ਉਹ ਪਾਤਸ਼ਾਹ ਦੀ ਮਨਜ਼ੂਰੀ ਲਈ ਹੁੰਦੀ ਆ ਤੇ ਸਾਰੇ ਪਰਿਵਾਰ ਦੀ ਨਿਗਰਾਨੀ ਦੇ ਵਿੱਚ ਹੋਣ ਡਿਆ ਹੁੰਦਾ ਸਾਰਾ ਕੁਝ। ਤੇ ਜਦੋਂ ਇਹਦਾ ਭੱਜ ਕੇ ਜਾਣਾ ਹੁੰਦਾ, ਕੱਲੀਆਂ ਕਾਰੀਆਂ ਮਰਜ਼ੀਆਂ ਤੇ ਫਿਰ ਝੱਲਣੀਆਂ ਵੀ ਕੱਲਿਆਂ ਨੂੰ ਹੀ ਪੈਂਦੀਆਂ ਨੇ। ਤੇ ਬਾਕੀ ਸਭ ਤੋਂ ਵੱਡੀ ਗੱਲ ਮੰਮੀ, ਮੈਂ ਤੇ ਮੇਰੇ ਨਿਆਣਿਆਂ ਨੇ ਬੜਾ ਕੁਝ ਸਿਆ ਵਾ, ਬੜਾ ਕੁਝ ਸੁਣਿਆ ਆਪਾਂ ਬਾਹਰੋਂ। ਤੇ ਜੇ ਹੁਣ ਉਹਨੂੰ ਮੈਂ ਦੁਬਾਰਾ ਘਰ ਵਾੜ ਲੈਣਾ ਨਾ ਤੇ ਮੈਂ ਆਪਣੇ ਮੱਥੇ ਦੇ ਉੱਤੇ ਫੇਰ ਕਲੰਕ ਲਵਾ ਲੈਣਾ। ਤੇ ਹੁਣ ਮੈਂ ਉਹ ਕਲੰਕ ਲਵਾਉਣਾ ਨਹੀਂ ਚਾਹੁੰਦਾ। ਮੇਰੇ ਨਿਆਣੇ ਵੀ ਹੁਣ ਸਾਰਾ ਕੁਝ ਭੁੱਲ ਚੁੱਕੇ ਆ ਤੇ ਹੌਲੀ ਹੌਲੀ ਉਹ ਲੀਹ ਦੇ ਉੱਤੇ ਆਉਣ ਲੱਗੇ ਨੇ। ਮੈਂ ਹੁਣ ਇਹ ਕਲੰਕ ਨੂੰ ਦੁਬਾਰਾ ਨਹੀਂ ਲਾਉਣਾ ਆਪਣੇ ਮੱਥੇ। ਹੁਣ ਜਿੱਥੋਂ ਆਈ ਆ ਉੱਥੇ ਹੀ ਜਾਵੇ ਤੇ ਜਾਂ ਜਿੱਥੇ ਮਰਜ਼ੀ ਜਾਵੇ,
ਪਰ ਇਸ ਘਰ ਵਿੱਚ ਤੇ ਮੇਰੀ ਜ਼ਿੰਦਗੀ ਦੇ ਵਿੱਚ ਉਹਦੇ ਲਈ ਕੋਈ ਥਾਂ ਨਹੀਂ। ਨਹੀਂ, ਬਹੁਤ ਹੋ ਗਿਆ ਹੁਣ। ਪੁੱਤ ਗੱਲ ਤੇ ਤੇਰੀ ਆ ਸਹੀ। ਜੇ ਹੁਣ ਉਹ ਆ ਜੇ ਤੇ ਲੋਕਾਂ ਨੇ ਸਾਨੂੰ ਕਰਨੀਆਂ ਗੱਲਾਂ, ਤੇ ਨਾਲੇ ਦੁਨੀਆ ਨੇ ਕਹਿਣਾ ਇਹਨਾਂ ਦਾ ਕੋਈ ਦੀਨ ਧਰਮ ਹੈਗਾ ਏ। ਬਸ ਇਸੇ ਕਰਕੇ ਮੰਮੀ, ਤੇ ਤੁਸੀਂ ਵੀ ਮੈਨੂੰ ਵਾਰ-ਵਾਰ ਨਾ ਆਖਿਓ। ਤੇ ਮੈਨੂੰ ਪਤਾ ਉਹਦੀ ਮਾਂ ਨੇ ਵੀ ਉਹਨੂੰ ਢੋਈ ਨਹੀਂ ਦੇਣੀ। ਉਹ ਵੀ ਖੁਦਗਰਜ਼ ਔਰਤ ਵਾ, ਬਿਲਕੁਲ ਉਹਨੇ ਵੇਖਿਓ ਉਹਨੂੰ ਨੇੜੇ ਨਹੀਂ ਲੱਗਣ ਦੇਣਾ। ਜਿਹੜੀ ਇਹਨੇ ਗਲਤੀ ਕਰ ਲਈ ਹੈ ਨਾ, ਜੋ ਕਲੰਕ ਖੱਟ ਲਿਆ, ਸਾਰੀ ਉਮਰ ਇਹਨੂੰ ਆਪਣੇ ਮੱਥੇ ਦੇ ਉੱਤੇ ਢੋਣਾ ਪਊਗਾ। ਦਫ਼ਤਰਾਂ 'ਚ ਬੈਠੇ ਉਸੇ ਨਸ਼ੇ ਬਣਾਉਂਦੇ ਰਹਿੰਦੇ ਆ। ਇੱਥੇ ਪਹਿਲਾਂ ਗਰਾਊਂਡ ਤੇ ਆ ਕੇ ਤੇ ਵੇਖਣ ਵੀ ਰਲਦਾ ਵੀ ਹੈਗਾ ਕੁਛ ਕਿ ਨਹੀਂ। ਹੁਣ ਸਿਆਪਾ ਸਾਡੇ ਭਾਅ ਦਾ ਪਾਤਾ ਵਾ, ਆ ਰਲਣ ਕੋ ਖੜਿਆ ਨਹੀਂਗਾ ਇੱਥੇ। ਇਹ ਕੋਣਾ ਸਮਝ ਨਹੀਂ ਆਉਂਦੀ ਮੈਨੂੰ, ਮੈਂ ਹੁਣ ਲਾਵਾਂ ਕਿੱਦਾਂ? ਉੱਥੇ ਬੈਠੇ ਬਣਾਈ ਜਾਂਦੇ, ਸਮਝ ਇਹਨਾਂ ਨੂੰ ਕੱਖ ਆਉਂਦੀ ਨਹੀਂ ਆ। ਭਾਜੀ, ਹਾਂਜੀ, ਕੀ ਚੱਕਰ ਪੈ ਗਿਆ? ਉਹ ਕੁਛ ਨਹੀਂ ਯਾਰ, ਤੂੰ ਕੰਮ ਕਰ ਆਪਣਾ ਜਾ ਕੇ। ਪਹਿਲਾਂ ਇਹਨਾਂ ਨੂੰ ਚਾਹੀਦਾ ਇੱਥੇ ਆ ਕੇ ਵੇਖਣ ਤੇ ਫੇਰ ਕਰਨ ਕੋ। ਉਹ ਤੂੰ ਗਿਆ ਨਹੀਂ ਅਜੇ ਤੱਕ? ਜਾ ਕੰਮ ਕਰ ਆਪਣਾ ਜਾ ਕੇ। ਭਾਜੀ ਵਿਖਾ ਲਓ ਤਾਂ ਸਹੀ, ਹੋ ਸਕਦਾ ਮੈਂ ਕੋ ਦੱਸ ਦਵਾਂ। ਓ ਯਾਰ ਵਿਖਾ ਲਾਂਗੇ ਤੈਨੂੰ। ਆ ਕੰਧ ਨਹੀਂ ਉਹ ਰਲਦੀ, ਅਰ ਲਾ, ਆ ਕਰ ਲੇਗਾ। ਆ ਵੇਖ ਵੇ, ਆ ਜਾਂਦੇ ਪਤਾ ਨਹੀਂ ਕਿੱਥੋਂ। ਆ ਵੇਖ ਹੁਣ। ਲੈ ਭਾਜੀ, ਇੰਨਾ ਕੀ ਕੰਮ? ਆ ਕੰਧ ਕਿੰਨੇ ਫੁੱਟ ਵਾ? 150 ਫੁੱਟ ਆ ਵਾਲੀ, ਤੇ ਆਹ ਵਾਲੀ ਕਿੰਨੀ ਆ? ਇਹ 30 ਫੁੱਟ। ਐਸ ਲੈਣ ਦਾ ਹੀ ਚੱਕਰ ਪੈਣ ਡਿਆ ਨਾ। ਆਹੋ। 25 ਫੁੱਟ ਵਾਲੀ ਆ। ਤੇ ਭਾਜੀ ਆੜਾ ਗੇਟ ਤੁਹਾਡਾ 10 ਫੁੱਟ ਪਿੱਛੇ ਆ ਰਿਹਾ, ਇਹਨੂੰ 3.5 ਫੁੱਟ ਗਾਂਹ ਲੈ ਜਾਓ ਤੇ ਐਸ ਕੰਧ ਨੂੰ 15 ਫੁੱਟ ਜਿਹੜੀ ਆ ਪਿੱਛੇ ਕਰ ਲਓ। ਆਹ ਲਾਈਨ ਤੁਹਾਡੀ ਆਟੋਮੈਟਿਕਲੀ 7.5 ਫੁੱਟ ਅੱਗੇ ਚੱਲ ਜਾਣੀ ਆ। ਆ ਜਗ੍ਹਾ ਵੀ ਤੁਹਾਡੀ ਕਵਰ ਹੋ ਜਾਣੀ ਆ, ਸਾਰੀ ਜਗ੍ਹਾ ਖਰਾਬ ਵੀ ਨਹੀਂ ਹੋਣੀ। ਆਹੋ। ਤੇ ਅਗਲੀ ਸਾਈਡ ਦੇ ਉੱਤੇ ਜਿਹੜੀ 15 ਫੁੱਟ ਪਿੱਛੇ ਕੀਤੀ ਤੁਹਾਡੀ ਪਾਰਕਿੰਗ ਵੀ ਬਣ ਗਈ ਗੇਟ ਦੇ ਬਾਹਰ-ਬਾਹਰ, ਤੇ ਗੇਟ ਸੜਕ ਤੇ ਵੀ ਆ ਗਿਆ, ਪਲੱਸ ਸੋਹਣਾ ਵੀ ਲੱਗੂਗਾ, ਵਿਹੜਾ ਵੀ ਵੱਡਾ ਹੋ ਗਿਆ, ਬਾਹਰ-ਬਾਹਰ ਪਾਰਕਿੰਗ ਵੀ ਬਣ ਗਈ। ਤੇ ਆਹ ਤੁਹਾਡੀ ਜਿਹੜੀ ਕੰਧ ਕਵਰ ਨਹੀਂ ਹੋ ਰਹੀ, ਇਹ 7.5 ਫੁੱਟ ਅੱਗੇ ਚੱਲ ਗਈ। ਆ ਸਾਰਾ ਕੰਮ ਓਕੇ ਹੋ ਗਿਆ, ਹਿਸਾਬ ਕਰਕੇ ਵੇਖ ਲਓ। ਓ ਯਾਰ ਗੱਲ ਤੇ ਤੇਰੀ ਸਹੀ ਆ, ਪਰ ਤੂੰ ਕਿਦਾਂ ਕਰ ਲਿਆ ਇਹ? ਤੂੰ ਤੇ ਇੱਥੇ ਦਿਹਾੜੀਆਂ ਲਾਉਣਾ ਯਾਰ। ਭਾਜੀ ਮੈਂ ਦਿਹਾੜੀਆਂ ਲਾਉਂਦਾ, ਇਹਦਾ ਮਤਲਬ ਇਹ ਤਾਂ ਨਹੀਂ ਕਿ ਮੇਰੇ ਕੋਲ ਦਿਮਾਗ ਨਹੀਂ ਹੈਗਾ। ਨਹੀਂ ਨਹੀਂ, ਫਿਰ ਵੀ ਦੱਸ ਸਹੀ। ਮੈਂ ਭਾਜੀ 5 ਸਾਲ ਬਾਹਰ ਲਾ ਕੇ ਆਇਆ, ਅੱਛਾ, ਤੇ ਉੱਥੇ ਇਹੋ ਕੁਝ ਹੀ ਸਿੱਖਦਾ ਰਿਹਾ। ਠੀਕ ਆ। ਤੇ ਹੁਣ ਇੱਥੇ ਕਿਦਾਂ? ਉਹ ਤੇ ਭਾਜੀ ਹੁਣ ਘਰ ਦੀਆਂ ਮਜਬੂਰੀਆਂ ਕਰਕੇ ਬਸ ਰੋਟੀ ਪਾਣੀ ਤੇ ਚਲਾਉਣਾ ਘਰ ਦਾ, ਤਾਂ ਕਰਕੇ ਇੱਥੇ ਦਿਹਾੜੀਆਂ ਕਰਨੀਆਂ ਪੈਣ ਡੀਆਂ। ਮੇਰੀ ਗੱਲ ਸੁਣ, ਗੁਣ ਤੇ ਕੋ ਹੈਗਾ ਵਾ, ਤੂੰ ਬਾਹਰ ਜਾਣਾ ਹੀ। ਕਿਉਂ ਭਾਜੀ ਮਜ਼ਾਕ ਕਰਦੇ ਜੇ? ਓ ਯਾਰ ਮਜ਼ਾਕ ਵਾਲੀ ਕਿਹੜੀ ਗੱਲ ਵਾ? ਜੇ ਤੂੰ ਜਾਣਾ ਬਾਹਰ ਤੇ ਦੱਸ ਮੈਨੂੰ। ਭਾਜੀ ਜੇਬ ਮੇਰੀ ਵਿੱਚ ਧੇਲਾ ਨਹੀਂ ਹੈਗਾ, ਬਾਹਰ ਦੱਸ ਮੈਂ ਕਹਦੇ ਸਿਰ ਤੇ ਚੱਲ ਜਾਣਾ। ਉਹ ਮੈਂ ਸਾਰਾ ਕੰਮ ਸੈੱਟ ਕਰ ਦੂੰਗਾ। ਤੂੰ ਆਪਣਾ ਇਦਾਂ ਕਰ, ਜਿਹੜਾ ਬਾਹਰ ਰਹਿ ਕੇ ਆਇਆ ਨਾ 5 ਸਾਲ, ਹਾਂਜੀ, ਉਹਦੇ ਡਾਕੂਮੈਂਟ ਤੇ ਆਪਣੀ ਪੜ੍ਹਾਈ ਲਿਖਾਈ ਦੇ ਸਾਰੇ ਡਾਕੂਮੈਂਟ ਲੈ ਕੇ ਤੇ ਕੱਲ ਮੇਰੇ ਕੋਲ ਆ ਜਾ। ਬਾਹਰ ਆਪਣਾ ਚੱਲਣ ਡਿਆ ਪ੍ਰੋਜੈਕਟ, ਤੇ ਉੱਥੇ ਜਾ ਕੇ ਤੇ ਸੈਕੰਡ ਇੰਜੀਨੀਅਰ ਦੀ ਪੋਸਟ ਸੰਭਲਾ, ਠੀਕ ਹੈ ਨਾ? ਤੇ ਜਿਉਂ-ਜਿਉਂ ਕੰਮ ਵਧੀਆ ਕਰਦਾ ਜਾਏਗਾ ਨਾ, ਪੋਸਟ ਵੱਧਦੀ ਜਾਊ। ਇਹੋ ਜਿਹੇ ਗੁਣੀ ਬੰਦੇ ਇੱਥੇ ਰੁਲਣੇ ਨਹੀਂ ਚਾਹੀਦੇ, ਠੀਕ ਹੈ ਨਾ? ਮਿਹਰਬਾਨੀ ਭਾਜੀ। ਜੇ ਇੰਨਾ ਕੁਝ ਹੋ ਜਾਏ ਤੇ ਮੇਰੀ ਤੇ ਜ਼ਿੰਦਗੀ ਸਵਰ ਜੇ, ਮੇਰੇ ਵੀ ਨਿਆਣੇ ਕਿਤੇ ਪੜ੍ਹ ਲਿਖ ਜਾਣਗੇ। ਉਹ ਯਾਰ ਤੂੰ ਫਿਕਰ ਨਾ ਕਰ, ਤੂੰ ਬਸ ਕੱਲ ਆਪਣੇ ਡਾਕੂਮੈਂਟ ਲੈ ਕੇ ਆ ਜਾ, ਠੀਕ ਆ? ਵੇਖ ਲੈਨੇ ਫਿਰ। ਠੀਕ ਆ ਭਾਜੀ।